ਸਤਿ ਸ਼੍ਰੀ ਅਕਾਲ ਜੀ। DDS ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਚੋਹਲਾ ਸਾਹਿਬ ਵਿਖੇ DSP ਰਮਨਦੀਪ ਭੁੱਲਰ ਦੀ ਅਗਵਾਈ ਹੇਠ ਕਰੋਨਾ ਵਾਇਰਸ ਦੇ ਚਲਦੇ ਦੁਕਾਨਦਾਰਾਂ ਤੇ ਪਿੰਡ ਦੀ ਪੰਚਾਇਤ ਨਾਲ ਕਰੋਨਾ ਤੋਂ ਬਚਣ ਲਈ ਮੀਟਿੰਗ ਹੋਈ ਅਤੇ ਕਰੋਨਾ ਵੈਕਸੀਨ ਲਗਵਾਉਣ ਲਈ ਕਿਹਾ ਗਿਆ, ਜਿਸ ਵਿੱਚ SHO ਪਰਮਜੀਤ ਸਿੰਘ ਵਿਰਦੀ ਅਤੇ ਪਿੰਡ ਦੀ ਪੰਚਾਇਤ ਅਤੇ ਦੁਕਾਨਦਾਰ ਵੀ ਮੌਜੂਦ ਸਨ। ਚੋਹਲਾ ਸਾਹਿਬ ਤੋਂ ਅਵਤਾਰ ਸਿੰਘ ਮਠਾੜੂ ਦੀ ਵਿਸ਼ੇਸ਼ ਰਿਪੋਰਟ DDS ਨਿਊਜ਼। ਕੁੱਲ 1 ਕਰੋੜ ਲੋਕਾਂ ਨੂੰ ਵੈਕਸੀਨੇਸ਼ਨ ਦਿੱਤੀ ਜਾ ਚੁੱਕੀ ਹੈ ਆਪਣੇ ਮੁਲਕ ਦੇ ਵਿੱਚ, ਭਾਰਤ ਦੇ ਵਿੱਚ। 1 ਕਰੋੜ ਲੋਕਾਂ ਚੋਂ ਵੈਕਸੀਨੇਸ਼ਨ ਤੋਂ ਬਾਅਦ ਕੋਈ ਸੀਰੀਅਸ ਕੰਡੀਸ਼ਨ 'ਚ ਜਿਹੜੇ ਲੋਕ ਪਹੁੰਚੇ ਨੇ ਉਹ ਤਕਰੀਬਨ ਪਹੁੰਚੇ ਨੇ 150 ਦੇ ਲਾਗੇ-ਛਾਗੇ। 1 ਕਰੋੜ ਵੈਕਸੀਨੇਸ਼ਨ 'ਚ 150 ਬੰਦਾ ਸਿਰਫ ਇਨਫੈਕਟ ਹੋਇਆ ਦੁਬਾਰਾ। ਉਸ 150 ਦੇ ਵਿੱਚੋਂ ਕੋਵਿਡ ਨਾਲ ਪ੍ਰਭਾਵਿਤ ਹੋਏ ਨੇ ਬਹੁਤ। ਇਹ ਮੈਂ ਉਹ ਕਹਿ ਰਿਹਾ ਜਿਹੜੇ ਬੰਦੇ ਜਿਨ੍ਹਾਂ ਦੀ ਹਾਲਤ ਵਿਗੜੀ ਆ। ਫੋਲੋ ਕਰ ਰਹੇ ਹੋ ਮੈਨੂੰ? ਸਿਰਫ 150 ਕੇਸ ਇਹੋ ਜਿਹੇ ਆਏ ਨੇ ਜਿਨ੍ਹਾਂ ਦੀ ਵੈਕਸੀਨੇਸ਼ਨ ਤੋਂ ਬਾਅਦ ਵੀ ਹਾਲਤ ਵਿਗੜੀ ਆ। ਉਹਨਾਂ ਦੇ ਵਿੱਚੋਂ ਸਿਰਫ 10 ਤੋਂ 20 ਬੰਦੇ ਉਹੋ ਜਿਹੇ ਨੇ ਜਿਨ੍ਹਾਂ ਦੀ ਹਾਲਤ ਕੋਵਿਡ ਕਰਕੇ ਵਿਗੜੀ। ਵੈਕਸੀਨੇਸ਼ਨ ਲਗਾਉਣ ਤੋਂ ਬਾਅਦ 1 ਕਰੋੜ ਵਿੱਚੋਂ ਸਿਰਫ ਆਪਾਂ 60-70 ਬੰਦੇ ਤਾਂ ਇਸੇ ਹਾਲ 'ਚ ਬੈਠੇ ਆ। ਇਹ ਤੁਸੀਂ ਅੰਕੜੇ ਸਮਝਣ ਦੀ ਕੋਸ਼ਿਸ਼ ਕਰੋ। 1 ਕਰੋੜ ਚੋਂ ਸਿਰਫ 10 ਤੋਂ 20 ਬੰਦੇ ਵੈਕਸੀਨੇਸ਼ਨ ਮਗਰੋਂ ਨੇ ਜਿਨ੍ਹਾਂ ਦੀ ਫੇਰ ਵੀ ਕੋਵਿਡ ਕਾਰਨ ਹਾਲਤ ਵਿਗੜੀ ਆ ਤੇ ਸਿਰਫ 1 ਮੌਤ ਹੋਈ ਆ ਹਜੇ ਤੱਕ। 1 ਕਰੋੜ ਚੋਂ 1 ਮੌਤ ਹੋਈ ਆ। ਤੁਸੀਂ ਪ੍ਰਭਾਵ ਸੋਚੋ ਵੀ ਵੈਕਸੀਨੇਸ਼ਨ ਦਾ ਕਿੰਨਾ ਹੈ। ਹੋ ਸਕਦਾ ਮੈਂ ਵੈਕਸੀਨੇਸ਼ਨ ਲਵਾਈ ਹੋਈ ਆ, ਹੋ ਸਕਦਾ ਮੈਨੂੰ ਕੋਵਿਡ ਹੋ ਜਾਵੇ, ਪਰ ਮੈਂ ਸੇਫ ਹਾਂ। ਐਟਲੀਸਟ ਕੋਈ ਜਾਨੀ ਨੁਕਸਾਨ ਨਹੀਂ ਹੋਊਗਾ। ਸਮਝਦੇ ਹੋ ਮੇਰੀ ਗੱਲ? ਇਸ ਵੈਕਸੀਨੇਸ਼ਨ ਦਾ ਇੰਨਾ ਕੁ ਜ਼ਿਆਦਾ ਰੋਲ ਹੈਗਾ ਆ। ਸਾਰਿਆਂ ਨੂੰ ਮੈਂ ਪ੍ਰੇਰਿਤ ਕਰਦਾ ਆ ਵੀ ਤੁਸੀਂ ਸਾਰੇ ਜਿਹੜਾ ਵੀ ਐਲੀਜੀਬਲ ਹੈਗਾ 1 ਮਈ ਤੋਂ ਬਾਅਦ ਤਾਂ ਭਾਰਤ ਸਰਕਾਰ ਨੇ ਕਿਹਾ ਤਾਂ 18 ਸਾਲਾਂ ਤੋਂ ਉੱਤੇ ਵਾਲਾ ਹਰ ਇੱਕ ਬੰਦਾ ਲਵਾਉਣ ਨੂੰ ਐਲੀਜੀਬਲ ਆ। 1 ਮਈ ਤਾਂ ਆਈ ਖੜੀ ਆ। 45 ਸਾਲ ਤੋਂ ਉੱਤੇ ਵਾਲੀ ਏਜ ਤਾਂ ਹੁਣ ਵੀ ਐਪਲੀਕੇਬਲ ਹੈਗੀ ਆ। ਠੀਕ ਹੈ ਨਾ? ਸੋ ਬਰਾਏ ਮਿਹਰਬਾਨੀ ਤੁਸੀਂ ਆਪਣੇ ਪਰਿਵਾਰ ਦੇ ਕੋਈ ਮੁਖੀਆ ਵੀ ਆ, ਕੋਈ ਆਮ ਸਦੱਸਿਆ ਵੀ ਹੈਗਾ, ਜਿਹੜਾ ਵੀ ਜਿੱਦਾਂ ਵੀ ਜਿਹੜੀ ਕਪੈਸਿਟੀ ਦੇ ਵਿੱਚ ਤੁਸੀਂ ਆਪਣੇ ਘਰਾਂ ਨੂੰ ਸਾਰੇ ਸਾਡੇ ਲਈ ਸਾਡੇ ਲਈ ਸਾਰੀਆਂ ਜਾਨਾਂ ਇੰਪੋਰਟੈਂਟ ਨੇ। ਸਾਡੇ ਲਈ ਤੁਹਾਡੀ ਹਰ ਇੱਕ ਇਕੱਲੇ ਦੀ ਜਾਨ, ਇੱਕ ਪੁਲਿਸ ਅਫਸਰ ਦੇ ਨਾਤੇ ਅਸੀਂ ਤੁਹਾਡੀ ਸੇਫਟੀ ਸਿਕਿਉਰਿਟੀ ਦੇ ਰਖਵਾਲੇ ਆ। ਅਸੀਂ ਕੋਈ ਇਹ ਨਹੀਂ ਆ ਵੀ ਤੁਹਾਨੂੰ ਹੈਲਥ ਸਿਸਟਮ ਬਾਰੇ ਤੁਹਾਨੂੰ ਕੋਈ ਗਾਈਡ ਕਰਨਾ ਹੈ। ਸਾਡਾ ਕੰਮ ਤੁਹਾਨੂੰ ਬਚਾਉਣਾ ਹੈ। ਸਾਡਾ ਕੰਮ ਦਿਨ ਰਾਤ ਰਾਖੀ ਕਰਨਾ। ਕੀ ਤੁਸੀਂ ਸਾਰੇ ਇਸ ਗੱਲ ਨੂੰ ਮੰਨਦੇ ਹੋ ਵੀ ਜਦੋਂ ਕੋਵਿਡ ਪਹਿਲਾਂ ਚੱਲਿਆ ਸੀ, ਜਦੋਂ ਨੌਲੇਜ ਹੀ ਨਹੀਂ ਸੀ ਇਸ ਚੀਜ਼ ਬਾਰੇ, ਸਭ ਤੋਂ ਪਹਿਲਾਂ ਤੇ ਸਭ ਤੋਂ ਮੂਹਰੇ ਕਿਹੜਾ ਮਹਿਕਮਾ ਸੀਗਾ? ਪੰਜਾਬ ਪੁਲਿਸ ਸੀ ਸਭ ਤੋਂ ਪਹਿਲਾਂ। ਤੇ ਤੁਹਾਡੇ ਸਹਿਯੋਗ ਦੇ ਨਾਲ ਤੁਸੀਂ ਸਾਡਾ ਸਹਿਯੋਗ ਦਿੱਤਾ। ਤੁਸੀਂ ਸਾਡੇ ਮੋਢੇ ਨਾਲ ਮੋਢਾ ਲਾ ਕੇ ਤੁਸੀਂ ਸਾਡੇ ਨਾਲ ਰਾਸ਼ਨ ਵੰਡਾਇਆ। ਤੁਸੀਂ ਸਾਡੇ ਨਾਲ ਲੋਕਾਂ ਨੂੰ ਘਰਾਂ 'ਚ ਵਾੜਿਆ। ਤੁਸੀਂ ਲੋਕਾਂ ਨੂੰ ਪ੍ਰੇਰਿਤ ਕੀਤਾ ਵੀ ਘਰਾਂ 'ਚ ਰਹੋ, ਮਾਸਕ ਪਾ ਕੇ ਰੱਖੋ, ਸਾਰਾ ਕੁਝ ਦੂਰੀ ਬਣਾ ਕੇ ਰੱਖੋ। ਇਹ ਤੁਹਾਡੇ ਸਹਿਯੋਗ ਸਦਕਾ ਅਸੀਂ ਕਰੋਨਾ ਜਾਨਾਂ ਬਚਾ ਚੁੱਕੇ ਹਾਂ। ਮੈਂ ਅੱਜ ਤੁਹਾਨੂੰ ਦੁਬਾਰਾ ਅਪੀਲ ਕਰਦਾ ਕਿ ਤੁਸੀਂ ਦੁਬਾਰਾ ਸਾਡਾ ਸਹਿਯੋਗ ਦਿਓ। ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਓ ਤੇ ਉਹ ਵੈਕਸੀਨੇਸ਼ਨ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਮੁੱਲੀਆਂ ਜਾਨਾਂ ਜਿਹੜੀਆਂ ਬਚਾ ਸਕਦੇ ਹਾਂ। ਇਹ ਪ੍ਰਭਾਵ ਆ ਵੈਕਸੀਨੇਸ਼ਨ ਦਾ। ਮੈਂ ਤੁਹਾਨੂੰ ਕੋਵਿਡ ਕਿੱਦਾਂ ਫੈਲਦਾ ਇਹਦੇ ਬਾਰੇ ਨਹੀਂ ਦੱਸਣ ਆਇਆ, ਉਹ ਤੁਹਾਨੂੰ ਪਤਾ ਹੈ। ਉਹ ਤੋਂ ਬਚਿਆ ਕਿੱਦਾਂ ਜਾ ਸਕਦਾ ਉਹ ਵੀ ਤੁਹਾਨੂੰ ਪਤਾ ਹੈ। ਸਿਰਫ ਇੱਕੋ ਚੀਜ਼ ਆ ਜਿਹੜੀ ਹਜੇ ਲੋਕ ਸਮਝ ਨਹੀਂ ਪਾ ਰਹੇ, ਉਹ ਹੈਗੀ ਆ ਕਿ ਵੈਕਸੀਨੇਸ਼ਨ ਦੀ ਕੀ ਭੂਮਿਕਾ ਹੈ। ਕਈਆਂ ਨੂੰ ਲੱਗਦਾ ਹੈ ਕਿ ਮੈਨੂੰ ਹਾਰਟ ਦੀ ਬਿਮਾਰੀ ਹੈ, ਮੈਂ ਤਾਂ ਨਹੀਂ ਟੀਕਾ ਲਵਾਉਣਾ, ਮੈਂ ਮਰੀ ਨਾ ਜਾਵਾਂ। ਠੀਕ ਹੈ ਨਾ? ਡਾਕਟਰੀ ਸਲਾਹ ਨਾ, ਜੇ ਕਿਸੇ ਨੂੰ ਕੋਈ ਬਿਮਾਰੀ ਹੈ, ਸਪੋਜ਼ ਕਿਸੇ ਦੀ ਬਾਈਪਾਸ ਸਰਜਰੀ ਵੀ ਹੋਈ ਹੈ, ਠੀਕ ਹੈ ਨਾ, ਮੇਰੇ ਖੁਦ ਦੇ ਫਾਦਰ ਸਾਹਿਬ ਦੇ ਸਟੰਟ ਪਿਆ ਹੋਇਆ ਤੇ ਮੈਂ ਉਹਨਾਂ ਨੂੰ ਵੈਕਸੀਨੇਸ਼ਨ ਲਵਾਈ ਆ। ਅਸੀਂ ਬਿਮਾਰੀ ਦੇ ਡਰ ਤੋਂ ਨਾ ਕਿਤੇ ਮਰ ਜਾਈਏ। ਸਗੋਂ ਜਿਹੜਾ ਬੰਦਾ ਆਲਰੇਡੀ ਕਿਤੇ ਨਾ ਕਿਤੇ ਕੋਈ ਦਵਾਈ ਬੂਟੀ ਲੈ ਰਿਹਾ, ਉਹਦਾ ਤਾਂ ਹੋਰ ਜ਼ਿਆਦਾ ਜ਼ਰੂਰੀ ਬਣ ਜਾਂਦਾ ਹੈ। ਕਿਸੇ ਨੂੰ ਹੋ ਸਕਦਾ ਡਾਇਬੀਟੀਜ਼ ਹੋਵੇ, ਕਿਸੇ ਨੂੰ ਹੋ ਸਕਦਾ BP ਦੀ ਦਵਾਈ ਲੱਗੀ ਹੋਵੇ, ਕਿਸੇ ਨੂੰ ਹੋ ਸਕਦਾ ਕੋਈ ਹੋਰ ਦਵਾਈ ਖਾ ਰਿਹਾ ਹੋਵੇ। ਇਹ ਸਮਝ ਲਿਓ, ਅਗਰ ਇਹੋ ਜਿਹਾ ਕੋਈ ਬੰਦਾ ਜਿਹਦਾ ਆਲਰੇਡੀ ਹੈਲਥ ਸਿਸਟਮ ਥੋੜਾ ਜਿਹਾ ਵਿਗੜਿਆ ਆ, ਅਗਰ ਉਸ ਬੰਦੇ ਨੂੰ ਕੋਵਿਡ ਵਰਗੀ ਬਿਮਾਰੀ ਹੋ ਜਾਂਦੀ ਆ ਤਾਂ ਉਹ ਬਿਮਾਰੀ ਘਾਤਕ ਸਿੱਧ ਹੋ ਸਕਦੀ ਹੈ, ਉਹ ਨੁਕਸਾਨ ਕਰ ਸਕਦੀ ਹੈ। ਤੇ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ
ਇਹ ਮੇਰੀ ਬੇਨਤੀ ਆ, ਇਹ ਮੇਰੀ ਅਪੀਲ ਆ। ਇੱਕ ਤਾਂ ਜਿਹੜੀਆਂ ਗਾਈਡਲਾਈਨਸ ਆ ਕੋਵਿਡ ਵਾਲੀਆਂ ਉਹਨਾਂ ਨੂੰ ਫੋਲੋ ਕਰੋ। ਜੇ ਸਰਕਾਰ ਨੇ ਅਨਾਉਂਸਮੈਂਟ ਕਰਤੀ ਆ, ਸਾਡੇ ਲਈ ਕਾਨੂੰਨ ਬਣਾਤਾ ਹੈ, ਉਹ ਸਾਰਿਆਂ ਲਈ ਸਾਂਝਾ ਆ। ਜੇ 8 ਵਜੇ ਦੀ ਰੈਸਟ੍ਰਿਕਸ਼ਨ ਆ ਸ਼ਾਮ ਦੀ, ਤਾਂ ਉਹ ਸਾਰਿਆਂ ਵਾਸਤੇ ਆ, ਉਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਵਾਸਤੇ ਨਹੀਂ ਆ। ਜੇ ਕੋਈ ਅਗਰ ਕੋਈ ਵਿਆਹਾਂ ਸ਼ਾਦੀਆਂ ਕੱਟ ਕਿਸੇ ਤਰੀਕੇ ਦੇ, ਜਦੋਂ ਅਸੀਂ ਕਹਿੰਦੇ ਆ ਵੀ ਜਿਹੜੀ ਹੁਣ ਵੀ ਸਾਡੀ ਅੱਜ ਤੁਹਾਨੂੰ ਇਕੱਠਿਆਂ ਕਰਨ ਦੀ ਮਜਬੂਰੀ ਹੈ, ਤੁਹਾਨੂੰ ਇਸ ਹਾਲ 'ਚ ਇਕੱਠਾ ਕਰਨੀ ਇਹ ਸੀਗੀ ਕਿ ਮੌਸਮ ਖਰਾਬ ਸੀਗਾ, ਨਹੀਂ ਤਾਂ ਅਸੀਂ ਖੁੱਲੇ 'ਚ ਬਹਿਣਾ ਸੀ। ਮੌਸਮ ਖਰਾਬ ਹੋਣ ਕਰਕੇ ਮੈਂ ਐਸਐਚਓ ਸਾਹਿਬ ਨੂੰ ਇਹ ਰਿਕੁਐਸਟ ਕਰ ਬੈਠਾ, ਮੈਂ ਕਿਹਾ ਜੀ ਕਿਸੇ ਇਹੋ ਜਿਹੀ ਜਗ੍ਹਾ ਦੇ ਉੱਤੇ ਮੀਟਿੰਗ ਹੋ ਜਾਵੇ ਜਿੱਥੇ ਅਸੀਂ ਛੱਤ ਥੱਲੇ ਬਹਿ ਸਕੀਏ। ਠੀਕ ਹੈ, ਸੋ ਤੁਹਾਡੇ ਆਇਆਂ ਦਾ ਇੱਕ ਨਿੱਘਾ ਸਵਾਗਤ ਤੇ ਇੱਕ ਪਰਜੋਰ ਅਪੀਲ ਆ ਵੀ ਤੁਸੀਂ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰੋ, ਆਪਣੀ ਵੈਕਸੀਨੇਸ਼ਨ ਕਰਾਓ, ਆਪਣੇ ਪਰਿਵਾਰ ਦੀ ਕਰਾਓ। ਜਿਹਦੀ ਵੀ ਐਲੀਜੀਬਿਲਟੀ ਬਣਦੀ ਆ 1 ਮਈ ਤੋਂ ਬਾਅਦ 18 ਸਾਲਾਂ ਤੋਂ ਉੱਤੇ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਐਲੀਜੀਬਲ ਹੈ, ਉਹ ਜ਼ਰੂਰ ਆਪਣੀ ਵੈਕਸੀਨੇਸ਼ਨ ਲਵਾਵੇ। ਜੇ ਕਿਸੇ ਨੂੰ ਕੋਈ ਬਿਮਾਰੀ ਕੁਝ ਹੈ ਆਲਰੇਡੀ, ਕਿਸੇ ਨੂੰ ਹਾਰਟ ਦੀ ਆ, ਕਿਸੇ ਨੂੰ ਕੋਈ ਹੋਰ ਡਾਇਬਟੀਜ਼ ਦਾ ਕੁਛ ਆ, ਉਹ ਆਪਣੀ ਡਾਕਟਰੀ ਸਲਾਹ ਨਾਲ ਵੈਕਸੀਨੇਸ਼ਨ ਕਰਾ ਲਵੇ। ਡਾਕਟਰ ਤੁਹਾਨੂੰ ਕਦੀ ਮਨਾ ਨਹੀਂ ਕਰੂਗਾ ਤੁਸੀਂ ਵੈਕਸੀਨੇਸ਼ਨ ਨਾ ਕਰੋ। ਵੈਕਸੀਨੇਸ਼ਨ ਕਰਾਉਣ ਤੋਂ ਮਗਰੋਂ ਤੁਹਾਨੂੰ ਕੁਝ ਸਮੇਂ ਵਾਸਤੇ ਅੰਡਰ ਆਬਜ਼ਰਵੇਸ਼ਨ ਰੱਖਿਆ ਜਾਂਦਾ ਹੈ। 2 ਤੋਂ 4 ਘੰਟਿਆਂ ਦਾ ਪੀਰੀਅਡ ਹੁੰਦਾ, ਕਿਸੇ ਨੂੰ ਕੁਝ ਨਹੀਂ ਹੁੰਦਾ ਵੈਕਸੀਨੇਸ਼ਨ ਲਵਾਉਣ। ਅਜੇ ਤੱਕ ਕੋਈ ਇਹੋ ਜਿਹਾ ਬੰਦਾ ਨਹੀਂ ਹੈ ਜਿਹੜਾ, ਮੈਂ ਤੁਹਾਨੂੰ ਦੱਸ ਚੁੱਕਿਆ ਵੀ 1 ਕਰੋੜ ਲੋਕਾਂ ਨੂੰ ਆਲਰੇਡੀ ਵੈਕਸੀਨੇਸ਼ਨ ਲੱਗ ਚੁੱਕੀ ਹੈ। ਵੈਕਸੀਨੇਸ਼ਨ ਤੋਂ ਮਗਰੋਂ ਮੌਤ ਜਿਹੜੀ ਆ ਕੋਵਿਡ ਦੇ ਨਾਲ 1 ਹੋਈ ਹੈ। ਵੈਕਸੀਨੇਸ਼ਨ ਹੋਣ ਤੋਂ ਬਾਅਦ ਤੁਹਾਨੂੰ ਕੋਵਿਡ ਹੋ ਸਕਦਾ ਆ, ਪਰ ਜਾਨਲੇਵਾ ਨਹੀਂ ਹੁੰਦੀ। ਵੈਕਸੀਨੇਸ਼ਨ ਦਾ ਇਹ ਇੰਪੈਕਟ ਆ, ਠੀਕ ਹੈ ਨਾ। ਹੋ ਸਕਦਾ ਤੁਹਾਨੂੰ ਕੋਈ ਮੈਸੇਜ ਆ ਜਾਵੇ, ਅੱਜ ਕੱਲ੍ਹ WhatsApp ਤੇ ਝੱਟ ਹੀ ਮੈਸੇਜ ਆ ਜਾਂਦਾ। ਸਾਡੇ ਐਸਐਸਪੀ ਸਾਹਿਬ ਨੂੰ ਹੋਇਆ ਜੀ, ਮੈਂ ਤੇ ਮਾਨਯੋਗ ਐਸਐਸਪੀ ਸਾਹਿਬ ਨੇ ਅਸੀਂ ਇਕੱਠਿਆਂ ਵੈਕਸੀਨੇਸ਼ਨ ਲਵਾਈ ਆ। ਐਸਐਸਪੀ ਸਾਹਿਬ ਨੂੰ ਵੈਕਸੀਨੇਸ਼ਨ ਤੋਂ ਬਾਅਦ ਕਰੋਨਾ ਹੋਇਆ, ਉਹ 14 ਦਿਨ ਕੁਆਰੰਟਾਈਨ ਵੀ ਰਹੇ ਨੇ। ਮੈਂ ਕੱਲ੍ਹ ਜਾਂ ਪਰਸੋਂ ਮੈਂ ਉਹਨਾਂ ਕੋਲ ਬੈਠਾ, ਮੈਂ ਸਵਾਲ ਕਰ ਰਿਹਾ ਸੀਗਾ ਤੇ ਮੈਂ ਕਿਹਾ ਸਰ ਵੀ ਤੁਹਾਨੂੰ ਕਰੋਨਾ ਕਿੱਦਾਂ ਦਾ ਫੀਲ ਹੋਇਆ? ਫਿਰ ਉਹ ਕਹਿੰਦੇ ਕਿ ਮੈਨੂੰ ਮਾੜੀ ਮੋਟੀ ਹਲਕੀ ਗਲੇ 'ਚ ਖੱਖੜੀ ਜੀ ਮਹਿਸੂਸ ਹੋਈ, 1 ਅੱਧਾ ਦਿਨ ਮੈਨੂੰ ਵੀਕਨੈਸ ਹੀ ਰਹੀ, ਉਸ ਤੋਂ ਬਾਅਦ ਮੈਂ ਠੀਕ ਹੋ ਗਿਆ। ਜਾਣੀ ਕਿ ਅਗਰ ਵੈਕਸੀਨੇਸ਼ਨ ਨਾ ਲਵਾਈ ਹੁੰਦੀ ਤਾਂ ਫਿਰ ਆਪਾਂ ਇਹ ਨਹੀਂ ਅੰਦਾਜ਼ਾ ਲਾ ਸਕਦੇ ਵੀ ਹਾਲਾਤ ਕਿੰਨੀ ਕੁ ਵਿਗੜ ਸਕਦੇ ਸੀ, ਕਿੰਨੀ ਕੁ ਬਿਮਾਰੀ ਵੱਧ ਸਕਦੀ ਸੀ ਉਸ ਦੇ ਨਾਲ। ਤੇ ਜੇ ਤੁਹਾਡੀ ਆਪਣੀ ਸਿਹਤ ਤੰਦਰੁਸਤ ਰਹੂਗੀ ਤਾਂ ਤੁਸੀਂ ਆਪਣੇ ਪਰਿਵਾਰ ਦੀ ਸਿਹਤ ਤੰਦਰੁਸਤ ਰੱਖ ਸਕਦੇ। ਇੰਨਾ ਕਹਿੰਦਾ ਹੋਇਆ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ। ਤੁਸੀਂ ਇਸ ਖਰਾਬ ਮੌਸਮ ਵਿੱਚ ਵੀ ਇੱਥੇ ਪਹੁੰਚੇ, ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਹੈ। ਥੋੜਾ ਜਿਹਾ ਪਹੁੰਚਣ ਲਈ ਮੈਂ ਲੇਟ ਹੋ ਗਿਆ, ਪਬਲਿਕ ਡੀਲਿੰਗ ਵਾਲੀਆਂ ਸਾਡੀਆਂ ਪੋਸਟਾਂ ਨੇ, ਕਿਤੇ ਨਾ ਕਿਤੇ ਕੋਈ ਨਾ ਕੋਈ ਥੋੜਾ ਜਿਹਾ ਸਾਨੂੰ ਪਹੁੰਚਣ ਨੂੰ ਕਦੀ ਦੇਰੀ ਹੋ ਸਕਦੀ ਹੈ, ਠੀਕ ਹੈ। ਪਰ ਤੁਹਾਡੀ ਸਿਹਤ ਦੇ ਤੇ ਤੁਹਾਡੀ ਫੈਮਿਲੀ ਦੇ ਅਸੀਂ ਫਿਕਰਮੰਦ ਹਾਂ, ਸਾਨੂੰ ਫਿਕਰ ਆ ਤੁਹਾਡੇ ਸਾਰਿਆਂ ਦੀ, ਤੁਹਾਡੀ ਜਾਨਾਂ ਦੇ ਰਖਵਾਲੇ ਹਾਂ ਅਸੀਂ ਤੁਹਾਨੂੰ ਇਹ ਚੀਜ਼ ਦੇ ਵਾਸਤੇ ਪ੍ਰੇਰਿਤ ਕਰਨ ਵਾਸਤੇ ਸਾਰੇ ਉਪਰਾਲੇ ਕਰ ਰਹੇ ਹਾਂ। ਤੁਸੀਂ ਸਾਡਾ ਇਸ ਚੀਜ਼ ਤੋਂ ਸਹਿਯੋਗ ਜ਼ਰੂਰ ਦਿਓ। ਧੰਨਵਾਦ ਮੈਂ ਚੇਅਰਮੈਨ ਸਾਹਿਬ ਦਾ ਜਿਨ੍ਹਾਂ ਨੇ ਸਾਰੀ ਆਰਗੇਨਾਈਜ਼ ਕੀਤੀ ਹੈ, ਐਸਐਚਓ ਸਾਹਿਬ ਦਾ, ਤੁਸੀਂ ਸਾਰੇ ਪਦਵੰਤੇ ਸੱਜਣ ਜਿਹੜੇ ਇੱਥੇ ਹਾਜ਼ਰ ਹੋਏ, ਸ਼ੁਕਰੀਆ। ਜੈ ਇਹ ਕੋਵਿਡ ਪ੍ਰਤੀ ਜਾਗਰੂਕਤਾ ਲਈ ਇੱਕ ਮੀਟਿੰਗ ਰੱਖੀ ਗਈ। ਇਹਦੇ ਵਿੱਚ ਪਬਲਿਕ ਨੂੰ ਜਾਣੂ ਕਰਵਾਇਆ ਗਿਆ ਵੀ ਹਰ ਇੱਕ ਬੰਦਾ ਵੈਕਸੀਨੇਸ਼ਨ ਆਪਣੀ ਕਰਾਵੇ ਤੇ ਜੋ ਪੰਜਾਬ ਸਰਕਾਰ ਦੀਆਂ ਕੋਵਿਡ ਰੋਕਣ ਪ੍ਰਤੀ ਜੋ ਗਾਈਡਲਾਈਨਸ ਆ ਉਹਦੀ ਇਨ-ਬਿਨ ਪਾਲਣਾ ਜਿਹੜੀ ਯਕੀਨੀ ਬਣਾਈ ਜਾਵੇ। ਜਿਵੇਂ ਕਿ ਮਾਸਕ ਲਗਾਏ ਰੱਖਣਾ, ਸਮਾਜਿਕ ਦੂਰੀ ਬਣਾਉਣੀ ਤੇ ਹੱਥ ਮੂੰਹ ਆਪਣਾ ਸਾਫ਼ ਰੱਖਣਾ, ਸੈਨੀਟਾਈਜ਼ਰ ਦੀ ਵਰਤੋਂ ਕਰਨੀ, ਇਹ ਸਾਰੀਆਂ ਜਿਹੜੀਆਂ ਗਾਈਡਲਾਈਨਸ ਬਾਰੇ ਇਹਨਾਂ ਨੂੰ ਬਰੀਫ ਕੀਤਾ ਗਿਆ ਪਬਲਿਕ ਨੂੰ। ਤੇ ਇਸ ਮੀਟਿੰਗ ਦੇ ਜ਼ਰੀਏ ਅਸੀਂ ਇਹ ਉਮੀਦ ਕਰਦੇ ਹਾਂ ਕਿ ਜਿਹੜੀ ਆਮ ਜਨਤਾ ਆ ਇਹ ਕੋਵਿਡ ਪ੍ਰਤੀ ਹੋਰ ਜਾਗਰੂਕ ਹੋ ਕੇ ਤੇ ਵੱਧ ਤੋਂ ਵੱਧ ਵੈਕਸੀਨੇਸ਼ਨ ਲਵਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਤੇ ਸਮਾਜ ਦਾ ਕੋਵਿਡ ਤੋਂ ਬਚਾਅ ਕਰੀਏ। ਸਰ ਇਹਦੇ ਦੁਕਾਨਦਾਰ ਸੀ ਨਾ ਜਿਨ੍ਹਾਂ ਨੂੰ ਦੱਸਿਆ ਗਿਆ, ਹਦਾਇਤਾਂ ਦੱਸੀਆਂ ਗਈਆਂ ਕਿ ਤੁਸੀਂ ਆਪਣੀ ਜੇ ਰੁਜ਼ਗਾਰ ਚਲਾਉਣਾ ਚਾਹੇ ਦੁਕਾਨਾਂ ਖੋਲ੍ਹਣੀਆਂ, ਇਹਨਾਂ ਚੀਜ਼ਾਂ ਦਾ ਪਾਲਣਾ ਕੀਤਾ ਜਾਵੇ। ਪਰ ਜਿਹੜੇ ਲੋਕ ਆ 86 ਪਾਰਟੀਆਂ ਦੇ ਵਿੱਚ ਕੰਮ ਕਰਨ ਵਾਲੇ, ਉਹ ਬਿੱਲ ਵੀ ਸਾੜ ਰਹੇ ਆ, ਧਰਨੇ ਵੀ ਲਾ ਰਹੇ ਆ, ਕਿ ਉਹਨਾਂ ਤੇ ਕਾਨੂੰਨ ਲਾਗੂ ਨਹੀਂ ਹੁੰਦਾ? ਕਿ ਉਹਨਾਂ ਨੂੰ ਕਰੋਨਾ ਨਹੀਂ ਲਾਗੇ ਲੱਗਦੀ, ਕਿ ਉਹਨਾਂ ਤੋਂ ਕਰੋਨਾ ਡਰਦੀ ਹੈ ਜੀ? ਬਿਲਕੁਲ ਲਾਗੂ ਹੋ ਰਿਹਾ ਜੀ। ਹੁਣ ਜਿਹੜੀਆਂ ਇੰਸਟਰਕਸ਼ਨਸ ਨੇ ਬੜੀਆਂ ਕਲੀਅਰ ਨੇ। ਇਹਦੇ ਵਿੱਚ ਜਿਹੜੀਆਂ ਸਾਨੂੰ ਸਪੈਸੀਫਿਕ ਗਾਈਡਲਾਈਨਸ ਜਿਹੜੀਆਂ ਸਰਕਾਰ ਤੋਂ ਪ੍ਰਾਪਤ ਹੋਈਆਂ, ਸੀਨੀਅਰ ਆਫੀਸਰਸ ਨੇ ਸਾਨੂੰ ਮੀਟਿੰਗਸ ਦੇ ਰਾਹੀਂ ਬਰੀਫ ਵੀ ਕੀਤਾ ਗਿਆ। ਸਾਡੀਆਂ ਵੀਡੀਓ ਕਾਨਫਰੰਸਿਸ ਵੀ ਹੋਈਆਂ ਨੇ ਸਾਡੀ ਸੀਨੀਅਰ ਆਫੀਸਰਸ ਦੇ ਨਾਲ।
ਉਹਨਾਂ ਨੇ ਕਲੀਅਰ ਕੱਟ ਕਿਹਾ ਕਿ ਕੋਈ ਕਿਸੇ ਤਰੀਕੇ ਦੀ ਕੋਈ ਸੋਸ਼ਲ ਗੈਦਰਿੰਗ ਉਹ ਜਿਹੜੀ ਹੈਗੀ ਆ ਉਹ ਬਿਲਕੁਲ ਬੈਂਡ ਆ। ਤੇ ਅਸੀਂ ਸਾਡੀ ਕੋਸ਼ਿਸ਼ ਹੁੰਦੀ ਆ ਵੀ ਨਿਰਾਪਰਾ ਅਸੀਂ ਪਨਿਸ਼ਮੈਂਟ ਦੇ ਨਾਲ ਧਿਆਨ ਦੇ ਕੇ ਅਸੀਂ ਲੋਕਾਂ ਨੂੰ ਇਸ ਪ੍ਰਤੀ ਪਬਲਿਸਾਈਜ਼ ਕਰਕੇ ਤੇ ਲੋਕਾਂ ਦੇ ਨਾਲ ਇੱਕ ਦੂਸਰੇ ਦਾ ਟਰਸਟ ਬਣਾ ਕੇ ਵਿਸ਼ਵਾਸ ਜਿੱਤ ਕੇ ਇਸ ਚੀਜ਼ ਤੇ ਜਿੱਤ ਪ੍ਰਾਪਤ ਕਰੀਏ।